Good morning to all. My name is Harkirat Kaur Brad, GS Faculty of Auto IAS Academy. ਇਸ ਵੀਡੀਓ ਵਿੱਚ ਆਪਾਂ PPSC ਪ੍ਰੀਲਿਮਸ ਦਾ ਡਿਟੇਲਡ ਸਿਲੇਬਸ ਦੇਖਾਂਗੇ। Auto IAS Academy ਆਨਲਾਈਨ ਤੇ ਆਫਲਾਈਨ ਦੋਵੇਂ ਬੈਚਸ ਲੈਂਦਾ ਹੈ। ਆਫਲਾਈਨ ਲਈ ਤੁਸੀਂ ਇਹ ਨੰਬਰਸ ਤੇ ਕਾਲ ਕਰ ਸਕਦੇ ਹੋ ਤੇ ਆਨਲਾਈਨ ਲਈ ਤੁਸੀਂ ਇਹ ਐਪ ਡਾਊਨਲੋਡ ਕਰ ਸਕਦੇ ਹੋ। ਹੁਣ ਪਹਿਲੀ ਸਟੇਜ ਹੁੰਦੀ ਹੈ ਪ੍ਰੀ ਦੀ ਸਟੇਜ। ਇਹਦੇ ਵਿੱਚ ਮੈਂ ਦੱਸ ਚੁੱਕੀ ਹਾਂ ਪੇਪਰ 1 GS ਐਂਡ ਪੇਪਰ 2 CSAT। GS ਵਿੱਚ ਤੁਹਾਡੇ ਤੋਂ ਜਨਰਲ ਸਟੱਡੀਜ਼ ਦੇ ਟੌਪਿਕ ਪੁੱਛੇ ਜਾਂਦੇ ਨੇ ਜਿਵੇਂ ਕਿ ਹਿਸਟਰੀ, ਜੀਓਗ੍ਰਾਫੀ, ਇਕੋਨਮੀ, ਪੋਲਿਟੀ, ਸਾਇੰਸ ਐਂਡ ਟੈਕ, ਇਨਵਾਇਰਨਮੈਂਟ ਤੇ ਇਹਨਾਂ ਸਾਰਿਆਂ ਨੂੰ ਰਿਲੇਟ ਕਰਕੇ ਕਰੰਟ ਅਫੇਅਰਸ ਦਾ ਲੈਵਲ ਬਹੁਤ ਹੀ ਜ਼ਿਆਦਾ ਵੱਧ ਚੁੱਕਿਆ। ਤੁਸੀਂ ਪੇਪਰ 2020 ਤੋਂ ਅੰਦਾਜ਼ਾ ਲਾਓ ਤੇ ਇਹਨੂੰ ਤੁਸੀਂ ਬਿਲਕੁਲ ਵੀ ਹਲਕੇ 'ਚ ਨਹੀਂ ਲੈਣਾ। ਨੈਕਸਟ ਪੇਪਰ CSAT ਦਾ ਪੇਪਰ, ਇਹਦੇ ਵਿੱਚ ਤੁਹਾਨੂੰ ਕੰਪਰੀਹੈਂਸ਼ਨ ਪੁੱਛੇ ਜਾਣਗੇ, ਲੌਜੀਕਲ ਰੀਜ਼ਨਿੰਗ ਪੁੱਛੀ ਜਾਊਗੀ ਐਂਡ ਮੈਥਸ ਪੁੱਛਿਆ ਜਾਊਗਾ 10th ਲੈਵਲ। ਹੁਣ ਆਪਾਂ ਹਰ ਇੱਕ ਸਬਜੈਕਟ ਨੂੰ ਦੇਖਾਂਗੇ ਡਿਟੇਲ ਵਿੱਚ। ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਐਵਰੀਡੇ ਸਾਇੰਸ ਤੋਂ। ਐਵਰੀਡੇ ਸਾਇੰਸ ਜਿਵੇਂ ਕਿ ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ ਜਨਰਲ ਸਾਇੰਸ ਹੈ ਜੋ ਕਿ ਆਪਾਂ NCERTs ਵਿੱਚ ਪੜ੍ਹਦੇ ਹਾਂ। ਹੁਣ ਟੂ ਗਿਵ ਯੂ ਅ ਜਿਸਟ ਕੀ ਪੁੱਛਿਆ ਜਾਊਗਾ, ਫਿਜ਼ਿਕਸ ਵਿੱਚ ਪੁੱਛਿਆ ਗਿਆ ਜਿਵੇਂ ਕਿ ਟੋਟਲ ਇੰਟਰਨਲ ਰਿਫਲੈਕਸ਼ਨ ਕੀ ਹੁੰਦਾ, ਦੈਨ ਪੁੱਛਿਆ ਗਿਆ ਆਰਕਿਮੀਡੀਜ਼ ਪ੍ਰਿੰਸੀਪਲ ਕੀ ਹੁੰਦਾ, ਪਾਸਕਲਸ ਲਾਅ ਪੁੱਛਿਆ ਗਿਆ, ਬਰਨੌਲੀਜ਼ ਥਿਊਰਮ ਪੁੱਛੀ ਗਈ। ਕੈਮਿਸਟਰੀ ਵਿੱਚ ਪੁੱਛਿਆ ਗਿਆ ਲਿਟਮਸ ਕੀ ਹੁੰਦਾ। ਹੁਣ ਆਪਾਂ ਸਾਰਿਆਂ ਨੂੰ ਪਤਾ ਲਿਟਮਸ ਕੀ ਹੁੰਦਾ ਹੈ ਨਾ। ਹੋਰ ਪੁੱਛ ਲਿਆ ਸਪੋਨੀਫਿਕੇਸ਼ਨ ਕੀ ਹੁੰਦੀ ਹੈ, ਐਸਟੈਰੀਫਿਕੇਸ਼ਨ ਕੀ ਹੁੰਦੀ ਹੈ, ਮਿਸਲ ਫਾਰਮੇਸ਼ਨ ਕੀ ਹੁੰਦੀ ਹੈ, ਬੇਕਿੰਗ ਪਾਊਡਰ ਕਿਵੇਂ ਕੰਮ ਕਰਦਾ। ਬਹੁਤ ਹੀ ਸਿੰਪਲ। ਬਾਇਓਲੋਜੀ ਵਿੱਚ ਇੰਪੋਰਟੈਂਟ ਹੋ ਜਾਂਦੇ ਆ ਡਿਜ਼ੀਜ਼ਸ ਪੁੱਛੇ ਗਏ ਜਿਵੇਂ ਕਿ ਗੌਸ਼ਸ ਡਿਜ਼ੀਜ਼, ਆਊਚ ਡਿਜ਼ੀਜ਼। ਇੱਕ ਪੁੱਛਿਆ ਗਿਆ ਥੈਲੇਸੀਮੀਆ ਕੀ ਹੁੰਦਾ। ਇਹਦੇ ਨਾਲ ਤੁਹਾਨੂੰ ਕਰਨਾ ਹੈ ਇੱਕ ਕੰਪਿਊਟਰਸ ਦੀ ਬੇਸਿਕ ਨੌਲੇਜ ਵਿਲ ਸਫਾਈਸ। ਹੁਣ ਆਪਾਂ ਨੈਕਸਟ ਦੇਖ ਲੈਂਦੇ ਹਾਂ ਇਨਵਾਇਰਮੈਂਟਲ ਸਟੱਡੀਜ਼ ਨੂੰ ਆਪਾਂ 5 ਪਾਰਟਸ ਵਿੱਚ ਡਿਵਾਈਡ ਕਰ ਲੈਂਦੇ ਹਾਂ। ਪਹਿਲਾ ਪਾਰਟ ਹੈ ਇਨਵਾਇਰਮੈਂਟਲ ਇਕੋਲੋਜੀ। ਇਹਦੇ ਵਿੱਚ ਤੁਸੀਂ ਪੜ੍ਹੋਗੇ ਜਿਵੇਂ ਕਿ ਇਨਵਾਇਰਮੈਂਟ ਐਂਡ ਇਟਸ ਕੰਪੋਨੈਂਟਸ। ਹੋਰ ਇਹਦੇ ਵਿੱਚ ਪੜ੍ਹੋਗੇ ਈਕੋਸਿਸਟਮ ਕੀ ਹੁੰਦਾ। ਈਕੋਸਿਸਟਮ ਵਿੱਚ ਟੈਰੈਸਟਰੀਅਲ ਈਕੋਸਿਸਟਮ, ਇਕੁਐਟਿਕ ਈਕੋਸਿਸਟਮ ਐਂਡ ਸੋ ਔਨ। ਦੈਨ ਬਾਇਓਡਾਇਵਰਸਿਟੀ ਵਿੱਚ ਤੁਸੀਂ ਪੜ੍ਹੋਗੇ ਪਲਾਂਟ ਡਾਇਵਰਸਿਟੀ, ਐਨੀਮਲ ਡਾਇਵਰਸਿਟੀ, ਦੈਨ ਮਰੀਨ ਡਾਇਵਰਸਿਟੀ। ਇਹਦੇ ਵਿੱਚ ਹੀ ਤੁਸੀਂ ਪੜ੍ਹ ਲਓਗੇ ਨੈਸ਼ਨਲ ਪਾਰਕਸ, ਵਾਈਲਡ ਲਾਈਫ ਸੈਂਚੁਰੀਜ਼, ਬਾਇਓਸਫੀਅਰ ਰਿਜ਼ਰਵਸ। ਇਹਨਾਂ ਸਾਰਿਆਂ ਨੂੰ ਆਪਾਂ ਕੀ ਕਹਿੰਦੇ ਆ, ਪ੍ਰੋਟੈਕਟਡ ਏਰੀਆਜ਼। ਕਲਾਈਮੇਟ ਚੇਂਜ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਇਹਨੂੰ ਤੁਸੀਂ ਕਰੰਟ ਅਫੇਅਰਸ ਦੇ ਨਾਲ ਰਿਲੇਟ ਕਰਕੇ ਪੜ੍ਹਨਾ। ਇਹਦੇ ਵਿੱਚ ਜਿਵੇਂ ਕਿ ਗਲੋਬਲ ਵਾਰਮਿੰਗ, ਗ੍ਰੀਨ ਹਾਊਸ ਗੈਸਿਸ ਕੀ ਹੁੰਦੀਆਂ ਨੇ ਤੇ ਇਹਨਾਂ ਨੂੰ ਆਪਾਂ ਕਿਵੇਂ ਮਿਟੀਗੇਟ ਕਰਦੇ ਹਾਂ, ਮਿਟੀਗੇਸ਼ਨ ਸਟ੍ਰੈਟਜੀਜ਼। ਹੁਣ ਕੌਣ ਲੈ ਕੇ ਆਉਂਦਾ ਮਿਟੀਗੇਸ਼ਨ ਸਟ੍ਰੈਟਜੀਜ਼? ਆਪਾਂ ਤਾਂ ਲੈ ਕੇ ਨਹੀਂ ਆਉਂਦੇ। ਇਹ ਲੈ ਕੇ ਆਉਂਦੀਆਂ ਨੇ ਇਨਵਾਇਰਮੈਂਟਲ ਆਰਗੇਨਾਈਜੇਸ਼ਨਸ ਲਾਈਕ UNFCCC, UNEP, ਦੈਨ ਸੋ ਔਨ, ਜਿਵੇਂ IPCC ਵੀ ਹੋ ਗਿਆ। ਇਹ ਸਾਰੀ ਆਰਗੇਨਾਈਜੇਸ਼ਨਸ ਲੈ ਕੇ ਆਉਂਦੀਆਂ ਨੇ। ਐਗਰੀਕਲਚਰ ਵਿੱਚ ਤੁਸੀਂ ਪੜ੍ਹਦੇ ਹੋ ਜਿਵੇਂ ਕਿ ਆਰਗੈਨਿਕ ਫਾਰਮਿੰਗ, ਦੈਨ ਇਹਦੇ ਵਿੱਚ ਹੀ ਤੁਸੀਂ ਸੋਇਲਸ ਪੜ੍ਹ ਲਓਗੇ, ਮੈਨਿਓਰਸ, ਫਰਟੀਲਾਈਜ਼ਰਸ, ਇਹ ਕਿਵੇਂ ਇਨਵਾਇਰਨਮੈਂਟ ਨੂੰ ਹਾਰਮ ਕਰਦੇ ਨੇ। ਐਕਟਸ ਐਂਡ ਪੋਲਿਸੀਜ਼ ਵਿੱਚ ਸਭ ਤੋਂ ਇੰਪੋਰਟੈਂਟ ਐਕਟ ਹੈ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਆਫ 1972। ਬਹੁਤ ਇੰਪੋਰਟੈਂਟ ਐਕਟ ਹੈ। ਇਹਦੇ ਅੰਡਰ ਆਪਾਂ ਕਿਹੜੀ ਸਪੀਸ਼ੀਜ਼ ਨੂੰ ਪ੍ਰੋਟੈਕਟ ਕੀਤਾ ਹੋਇਆ, ਉਹ ਸਾਰੀ ਚੀਜ਼ਾਂ। ਦੈਨ ਇਹਦੇ ਵਿੱਚ ਹੀ ਤੁਸੀਂ ਪੜ੍ਹੋਗੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਬਾਰੇ ਐਂਡ ਸੋ ਔਨ। ਨੈਕਸਟ ਆਪਾਂ ਦੇਖਦੇ ਹਾਂ ਇੰਡੀਅਨ ਪੋਲਿਟੀ ਐਂਡ ਇੰਟਰਨੈਸ਼ਨਲ ਆਰਡਰ। ਹੁਣ ਇੰਡੀਅਨ ਪੋਲਿਟੀ ਕਹਿਣ ਦੀ ਗੱਲ ਹੈ, ਛੋਟਾ ਜਿਹਾ ਸਿਲੇਬਸ ਹੈ ਪਰ ਤੁਸੀਂ ਸਾਰੀ ਚੀਜ਼ਾਂ ਪੜ੍ਹਨੀਆਂ ਨੇ। ਫਰੋਮ ਹਿਸਟੋਰੀਕਲ ਬੈਕਗਰਾਊਂਡ ਟੂ RPA ਸਾਰਾ ਕੁਛ ਪੜ੍ਹਨਾ। RPA ਵੀ ਪੁੱਛਿਆ ਗਿਆ ਪਿਛਲੀ ਵਾਰੀ, ਪ੍ਰੀ 'ਚ ਵੀ ਪੁੱਛਿਆ ਗਿਆ, ਮੇਨਸ 'ਚ ਵੀ ਪੁੱਛਿਆ ਗਿਆ। ਇਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਪੜ੍ਹੋਗੇ ਜਨਰਲ ਫੀਚਰਸ ਆਫ ਕੌਨਸਟੀਟਿਊਸ਼ਨ ਜਿਵੇਂ ਕਿ ਫੰਡਾਮੈਂਟਲ ਰਾਈਟਸ, DPSPs, ਦੈਨ ਸਿਟੀਜ਼ਨਸ਼ਿਪ। ਦੈਨ ਇਸ ਤੋਂ ਬਾਅਦ ਆਉਂਦਾ ਯੂਨੀਅਨ ਐਗਜ਼ੀਕਿਊਟਿਵ ਕਿਵੇਂ ਕੰਮ ਕਰਦਾ। ਯੂਨੀਅਨ ਐਗਜ਼ੀਕਿਊਟਿਵ ਵਿੱਚ ਕਿਹੜੀ ਚੀਜ਼ਾਂ ਆਉਂਦੀਆਂ ਨੇ, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, PM, UCOM ਐਂਡ ਅਟਾਰਨੀ ਜਨਰਲ ਆਫ ਇੰਡੀਆ। ਇਹ ਕਿਵੇਂ ਕੰਮ ਕਰਦਾ। ਦੈਨ ਆਪਣੀ ਜੁਡੀਸ਼ਰੀ ਕਿਵੇਂ ਕੰਮ ਕਰਦੀ ਹੈ। ਜੁਡੀਸ਼ਰੀ ਵਿੱਚ ਕਿਹੜੀ ਚੀਜ਼ਾਂ ਆਉਂਦੀਆਂ ਨੇ, ਸੁਪਰੀਮ ਕੋਰਟ, ਹਾਈ ਕੋਰਟ, ਸਬਆਰਡੀਨੇਟ ਕੋਰਟਸ, ਇਹ ਕਿਵੇਂ ਕੰਮ ਕਰਦੇ ਨੇ। ਦੈਨ ਇਸ ਤੋਂ ਬਾਅਦ ਤੁਸੀਂ ਦੇਖੋਗੇ ਇਲੈਕਸ਼ਨਸ ਕਿਵੇਂ ਹੁੰਦੇ ਨੇ, ਕੌਣ ਇਲੈਕਸ਼ਨਸ ਕਰਵਾਉਂਦਾ ਹੈ। ਦੈਨ
ਆਪਣੀ ਸੈਂਟਰਲ ਗਵਰਨਮੈਂਟ ਕਿਵੇਂ ਕੰਮ ਕਰਦੀ ਹੈ, ਸਟੇਟ ਗਵਰਨਮੈਂਟਸ ਕਿਵੇਂ ਕੰਮ ਕਰਦੀਆਂ ਨੇ, ਲੋਕਲ ਗਵਰਨਮੈਂਟ ਵਿੱਚ ਆ ਜਾਂਦਾ ਪੰਚਾਇਤੀ ਰਾਜ, ਇਹ ਸਾਰੀ ਚੀਜ਼ਾਂ। ਇਸ ਤੋਂ ਬਾਅਦ ਕੌਨਸਟੀਟਿਊਸ਼ਨਲ ਬਾਡੀਜ਼, ਨਾਨ ਕੌਨਸਟੀਟਿਊਸ਼ਨਲ ਬਾਡੀਜ਼, ਇਹ ਸਭ ਪਾਰਟ ਆਉਂਦਾ ਇੰਡੀਅਨ ਪੋਲਿਟੀ ਦਾ। ਇੰਟਰਨੈਸ਼ਨਲ ਆਰਡਰ ਵਿੱਚ ਤੁਸੀਂ ਪੜ੍ਹਦੇ ਹੋ UN ਐਂਡ ਇਟਸ ਏਜੰਸੀਜ਼, ਤੇ ਇਹਦੇ ਨਾਲ ਨਾਲ ਤੁਹਾਨੂੰ ਪੜ੍ਹਨਾ ਹੈ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਜਿਵੇਂ ਕਿ ਵਰਲਡ ਬੈਂਕ। ਵਰਲਡ ਬੈਂਕ ਉੱਤੇ ਬਾਰ-ਬਾਰ ਕੁਐਸਚਨ ਪੁੱਛੇ ਜਾਂਦੇ ਨੇ, ਪਿਛਲੀ ਵਾਰ ਹੀ ਪੁੱਛਿਆ ਗਿਆ, ਜਿਵੇਂ ਕਿ ਗੈਟਸ ਅਗਰੀਮੈਂਟ ਆਫ WTO। ਵਰਲਡ ਬੈਂਕ ਉੱਤੇ ਪੁੱਛਿਆ ਗਿਆ ਕਿ ਇਹਦੀ ਵੋਟ ਸ਼ੇਅਰ ਕੀ ਹੈ, ਵੋਟ ਸ਼ੇਅਰ ਆਫ ਮੈਂਬਰਸ ਐਂਡ ਸੋ ਔਨ। ਨੈਕਸਟ ਆਪਾਂ ਦੇਖਦੇ ਹਾਂ ਹਿਸਟਰੀ ਬਾਰੇ। ਹਿਸਟਰੀ ਏਂਸ਼ੀਅੰਟ ਤੇ ਮਿਡੀਵੀਅਲ ਜਿਹੜੀ ਹਿਸਟਰੀ ਹੈ ਉਹ ਸਿਰਫ ਪ੍ਰੀ ਵਿੱਚ ਪੁੱਛੀ ਜਾਊਗੀ, ਮੇਨਸ ਵਿੱਚ ਨਹੀਂ ਪੁੱਛੀ ਜਾਂਦੀ। ਤਾਂ ਤੁਹਾਨੂੰ ਏਂਸ਼ੀਅੰਟ ਵਿੱਚ ਸ਼ੁਰੂ ਕਰਨਾ ਹੈ ਸਟੋਨ ਏਜ ਤੋਂ ਲੈ ਕੇ ਇੰਡਸ ਵੈਲੀ ਸਿਵਲਾਈਜੇਸ਼ਨ, ਜਿਹਨੂੰ ਆਪਾਂ ਬ੍ਰੌਂਜ਼ ਏਜ ਵੀ ਕਹਿ ਦਿੰਦੇ ਹਾਂ। ਦੈਨ ਤੁਸੀਂ ਦੇਖੋਗੇ ਵੈਦਿਕ ਏਜ, ਵੈਦਿਕ ਏਜ ਤੋਂ ਪਹਿਲਾਂ ਆਉਂਦਾ ਹੈ ਪ੍ਰੀ ਵੈਦਿਕ ਏਜ, ਵੈਦਿਕ ਏਜ, ਦੈਨ ਪੋਸਟ ਵੈਦਿਕ ਏਜ। ਦੈਨ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਮਗਧੀਅਨ ਇੰਪਾਇਰਸ, ਜਿਹਦੇ ਵਿੱਚ ਤੁਸੀਂ ਮਹਾਜਨਪਦਾਸ ਦੇਖਦੇ ਹੋ। ਇਸ ਤੋਂ ਬਾਅਦ ਆਉਂਦੇ ਮੌਰਿਆਜ਼, ਮੌਰਿਆਜ਼ ਵਿੱਚ ਤੁਹਾਡੇ ਆਉਣਗੇ ਚੰਦਰਗੁਪਤ ਮੌਰਿਆ, ਹੈ ਨਾ। ਇਸ ਤੋਂ ਬਾਅਦ ਗੁਪਤਾਜ਼, ਮੌਰਿਆਜ਼ ਐਂਡ ਗੁਪਤਾਜ਼, ਗੁਪਤਾਜ਼ ਵਿੱਚ ਚੰਦਰਗੁਪਤ 1, ਚੰਦਰਗੁਪਤ 2, ਸਮੁੰਦਰਗੁਪਤ, ਠੀਕ ਹੈ, ਇਹ ਸਾਰੀ ਚੀਜ਼ਾਂ। ਮਿਡੀਵੀਅਲ ਵਿੱਚ ਤੁਸੀਂ ਪੜ੍ਹੋਗੇ, ਮਿਡੀਵੀਅਲ ਸਟਾਰਟ ਹੁੰਦੀ ਹੈ from 3 empires, age of 3 empires। ਕਿਹੜੇ 3 empires? Palas, Rashtrakutas and Pratiharas from 8th to 10th century। ਇਸ ਤੋਂ ਬਾਅਦ ਤੁਸੀਂ ਦੇਖੋਗੇ ਚੋਲਾ empire ਆਣਗੇ, ਵਿਜਯਨਗਰਾ empire ਆਊਗਾ, ਦੈਨ ਮੁਗਲਸ ਆਣਗੇ, ਚੋਲਾ empire, ਵਿਜਯਨਗਰਾ empire, ਮੁਗਲਸ, ਇਹ ਸਾਰੀ ਚੀਜ਼ਾਂ ਆਣਗੀਆਂ ਮਿਡੀਵੀਅਲ ਹਿਸਟਰੀ ਵਿੱਚ। ਮੁਗਲਸ ਦੇ ਵਿੱਚ ਤੁਸੀਂ ਪੜ੍ਹੋਗੇ ਅਕਬਰ ਦੀ ਏਜ ਟਿਲ ਔਰੰਗਜ਼ੇਬ। ਮਾਡਰਨ ਹਿਸਟਰੀ ਵਿੱਚ ਤੁਸੀਂ ਪੜ੍ਹਦੇ ਹੋ ਫਰੋਮ ਦੀ ਐਡਵੈਂਟ ਆਫ ਯੂਰੋਪੀਅਨਸ। ਯੂਰੋਪੀਅਨਸ ਨੂੰ ਆਪਾਂ ਕਿਵੇਂ ਯਾਦ ਰੱਖਦੇ ਹਾਂ? PDEF। ਪਹਿਲਾਂ ਆਏ ਪੋਰਚੁਗੀਜ਼, ਫਿਰ ਆਏ ਡੱਚ, ਫਿਰ ਆਏ ਇੰਗਲਿਸ਼ ਤੇ ਫਿਰ ਆਏ ਫ੍ਰੈਂਚ। ਇਸ ਤੋਂ ਬਾਅਦ ਕਿਵੇਂ ਇੰਗਲਿਸ਼ ਨੇ ਇਹਨਾਂ ਸਾਰਿਆਂ ਨੂੰ ਹਰਾਇਆ, ਦੈਨ ਇੰਡੀਅਨ ਐਮਪਾਇਰਸ ਨੂੰ ਹਰਾਇਆ, ਇੰਡੀਅਨ ਐਮਪਾਇਰਸ ਕਿਹੜੇ ਸੀ? ਜਿਵੇਂ ਕਿ ਮਰਾਠਾਸ ਦੇ ਨਾਲ ਵਾਰ ਹੋਈਆਂ, ਐਂਗਲੋ ਕਰਨੈਟਿਕ ਵਾਰ ਹੋਈ, ਐਂਗਲੋ ਸਿੱਖ ਵਾਰ। ਕਿਵੇਂ ਇਹਨਾਂ ਨੇ ਆਪਦਾ ਐਮਪਾਇਰ ਐਸਟੈਬਲਿਸ਼ ਕੀਤਾ, ਕੰਸੋਲੀਡੇਟ ਕੀਤਾ। ਇਸ ਤੋਂ ਬਾਅਦ ਕੰਸੋਲੀਡੇਟ ਕਰਨ ਤੋਂ ਬਾਅਦ ਇਹ ਕਿਵੇਂ ਇੰਡੀਆ ਨੂੰ ਐਕਸਪਲੋਇਟ ਕਰਦੇ ਨੇ ਇਕੋਨੋਮਿਕਲੀ ਐਂਡ ਪੋਲੀਟੀਕਲੀ, ਕਿਵੇਂ ਆਪਾਂ ਨੂੰ ਕੋਲੋਨਾਈਜ਼ ਕਰਦੇ ਨੇ। ਦੈਨ ਆਪਾਂ ਸੋਸ਼ੀਓ ਰਿਲੀਜੀਅਸ ਰਿਫਾਰਮ ਮੂਵਮੈਂਟਸ ਪੜ੍ਹਦੇ ਹਾਂ। ਇਸ ਤੋਂ ਬਾਅਦ ਏਜ ਆਉਂਦੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਦੀ ਏਜ, ਜਿਹਦੇ ਵਿੱਚ ਤੁਸੀਂ ਪੜ੍ਹੋਗੇ ਐਕਸਟ੍ਰੀਮਿਸਟਸ ਵਰਸਸ ਮੋਡਰੇਟਸ, ਸੂਰਤ ਸਪਲਿਟ ਕਿਵੇਂ ਹੁੰਦੀ ਹੈ ਨਾ, ਸਵਦੇਸ਼ੀ ਮੂਵਮੈਂਟ ਚੱਲਦੀ ਹੈ, ਰੈਵੋਲਿਊਸ਼ਨਰੀਜ਼ ਵੀ ਇਹਦੇ ਵਿੱਚ ਹੀ ਆ ਜਾਂਦੇ ਨੇ। ਇਸ ਤੋਂ ਬਾਅਦ ਆਉਂਦਾ ਹੈ ਗਾਂਧੀਅਨ ਫੇਜ਼। ਗਾਂਧੀਅਨ ਫੇਜ਼ ਵਿੱਚ NCM ਪੜ੍ਹੋਗੇ, CDM ਪੜ੍ਹੋਗੇ, ਦੈਨ ਕੁਇਟ ਇੰਡੀਆ ਮੂਵਮੈਂਟ। ਇਹ ਸਾਰੀ ਚੀਜ਼ਾਂ ਆਪਾਂ ਮਾਡਰਨ ਹਿਸਟਰੀ ਵਿੱਚ ਪੜ੍ਹਦੇ ਹਾਂ। ਆਰਟ ਐਂਡ ਕਲਚਰ ਵਿੱਚ ਆਪਾਂ ਕੀ ਪੜ੍ਹਦੇ ਹਾਂ? ਫਰੋਮ ਪ੍ਰੀ ਹਿਸਟੋਰਿਕ ਰੌਕ ਪੇਂਟਿੰਗਸ ਤੋਂ ਲੈ ਕੇ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਕੀ ਆਰਟ ਐਂਡ ਕਲਚਰ ਸੀ, ਦੈਨ ਅਸ਼ੋਕਾ ਪੀਰੀਅਡ ਵਿੱਚ ਸਾਂਚੀ ਸਤੂਪਾ ਆਊਗਾ। ਦੈਨ ਅਸ਼ੋਕਾ ਪੀਰੀਅਡ ਤੋਂ ਬਾਅਦ ਆਪਾਂ ਪੜ੍ਹਾਂਗੇ ਟੈਂਪਲਸ ਐਂਡ ਆਰਕੀਟੈਕਚਰਸ। ਹੁਣ ਨਾਰਥ ਵਿੱਚ ਆਪਾਂ ਇੱਥੇ ਦੇਖਦੇ ਹਾਂ, ਨਾਰਥ ਵਿੱਚ ਤੁਹਾਡਾ ਆਊਗਾ ਰੇਖਾ ਪ੍ਰਸਾਦ, ਫਮਸਾਨਾ, ਵੱਲਭੀ, ਇਹ ਸਾਰੇ ਆਰਕੀਟੈਕਚਰ ਨੇ ਟੈਂਪਲਸ ਦੇ। ਦੈਨ ਸੈਂਟਰ 'ਚ ਆ ਜਾਓ ਤੁਸੀਂ, ਪੰਚਯਤਨ ਸਟਾਈਲ ਪੜ੍ਹੋਗੇ। ਵੈਸਟ ਵਿੱਚ ਤੁਸੀਂ ਪੜ੍ਹੋਗੇ ਲਾਈਕ ਸਨ ਟੈਂਪਲ ਦਾ ਕੀ ਆਰਕੀਟੈਕਚਰ ਹੈ। ਵੈਸਟ ਵਿੱਚ ਤੁਸੀਂ ਪੜ੍ਹੋਗੇ, ਵੈਸਟ ਤਾਂ ਹੋ ਗਿਆ ਸਨ ਟੈਂਪਲ। ਸਾਊਥ ਵਿੱਚ ਤੁਸੀਂ ਪੜ੍ਹੋਗੇ ਟੈਂਪਲਸ ਬਾਏ ਪੱਲਵਾਜ਼, ਚੋਲਾਜ਼, ਰਾਸ਼ਟਰਕੂਟਾਜ਼, ਹੋਰ ਕਿਹੜੇ ਸੀ, ਚਾਲੁਕਿਆ ਸੀਗੇ, ਵਿਜਯਨਗਰਾ ਇੰਪਾਇਰ ਵੀ ਹੋ ਗਿਆ। ਸਾਊਥ ਵਿੱਚ ਇੱਕ ਸਟਾਈਲ ਆਉਂਦਾ ਹੈ ਵਿਸਾਰਾ ਸਟਾਈਲ, ਉਹ ਵੀ ਪੜ੍ਹੋਗੇ, ਹੈ ਨਾ। ਦੈਨ ਆਪਾਂ ਕੇਵਸ ਦੀ ਗੱਲ ਕਰ ਲਈਏ ਤਾਂ ਇੱਥੇ ਨਾਰਥ ਵਿੱਚ ਤੁਸੀਂ ਪੜ੍ਹੋਗੇ ਮਥੁਰਾ, ਗੰਧਾਰਾ ਐਂਡ ਸਾਰਨਾਥ ਸਕੂਲਸ ਆਫ ਆਰਟ। ਦੈਨ ਸਾਊਥ ਵਿੱਚ ਬਦਾਮੀ ਕੇਵਸ। ਈਸਟ ਵਿੱਚ ਤੁਸੀਂ ਪੜ੍ਹਦੇ ਹੋ ਉਦੈਗਿਰੀ, ਖਾਂਡੇਗਿਰੀ ਕੇਵਸ, ਬਹੁਤ ਇੰਪੋਰਟੈਂਟ ਹੈ, ਪਿਛਲੀ ਵਾਰੀ ਆਇਆ ਸੀਗਾ।
ਜਾ ਕੇ ਦੇਖਿਓ ਇੱਕ ਵਾਰੀ, ਖਾਂਡੇਗਿਰੀ ਕੇਵਸ। ਦੈਨ ਵੈਸਟ ਵਿੱਚ ਤੁਸੀਂ ਪੜ੍ਹੋਗੇ ਅਜੰਤਾ, ਅਲੋਰਾ, ਐਲੀਫੈਂਟਾ ਕੇਵਸ। ਇਹ ਸਾਰੀ ਚੀਜ਼ਾਂ ਤੁਸੀਂ ਆਰਟ ਐਂਡ ਕਲਚਰ ਵਿੱਚ ਪੜ੍ਹੋਗੇ। ਵਰਲਡ ਹਿਸਟਰੀ ਸ਼ੁਰੂ ਹੁੰਦੀ ਹੈ ਫਿਊਡਲਿਜ਼ਮ ਤੋਂ। ਫਿਊਡਲਿਜ਼ਮ ਤੋਂ ਬਾਅਦ ਆਉਂਦਾ ਹੈ ਮਾਡਰਨ ਏਜ। ਮਾਡਰਨ ਏਜ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਰੇਨੇਸਾਂ ਤੋਂ। ਰੇਨੇਸਾਂ ਐਂਡ ਥਿੰਕਰਸ ਕਿਹੜੇ ਕਿਹੜੇ? ਜਿਵੇਂ ਕਿ ਜੌਨ ਲੌਕ, ਵੋਲਟੇਅਰ, ਮੌਂਟੈਸਕਿਊ, ਰੂਸੋ, ਇਹ ਸਾਰੇ ਥਿੰਕਰਸ। ਦੈਨ 4 ਰੈਵੋਲਿਊਸ਼ਨ ਪੜ੍ਹਦੇ ਹਾਂ ਆਪਾਂ, ਇੰਡਸਟਰੀਅਲ ਰੈਵੋਲਿਊਸ਼ਨ, ਅਮਰੀਕਨ ਰੈਵੋਲਿਊਸ਼ਨ, ਹੋਰ ਕਿਹੜੀ, ਰਸ਼ੀਅਨ ਰੈਵੋਲਿਊਸ਼ਨ, ਫ੍ਰੈਂਚ ਰੈਵੋਲਿਊਸ਼ਨ। ਇੰਡਸਟਰੀਅਲ ਰੈਵੋਲਿਊਸ਼ਨ ਕਰਕੇ ਹੀ ਆਉਂਦੀ ਹੈ ਕੋਲੋਨਾਈਜੇਸ਼ਨ। ਦੈਨ ਡੀਕੋਲੋਨਾਈਜੇਸ਼ਨ ਦਾ ਐਰਾ। ਦੈਨ ਆਪਾਂ ਪੜ੍ਹਦੇ ਹਾਂ ਵਰਲਡ ਵਾਰ 1, ਵਰਲਡ ਵਾਰ 2, ਤੇ ਕਿਵੇਂ ਇਹ ਐਂਡ ਹੋਏ ਤੇ ਬਣਿਆ ਲੀਗ ਆਫ ਨੇਸ਼ਨਸ। ਲੀਗ ਆਫ ਨੇਸ਼ਨਸ ਜਿਹਨੂੰ ਕਿ ਆਪਾਂ ਹੁਣ ਕਹਿੰਦੇ ਆ ਯੂਨਾਈਟਿਡ ਨੇਸ਼ਨਸ, UN। ਦੈਨ ਨੈਕਸਟ ਆਪਾਂ ਦੇਖਾਂਗੇ ਇੰਡੀਅਨ ਇਕੋਨਮੀ। ਹੁਣ ਇੰਡੀਅਨ ਇਕੋਨਮੀ ਪਹਿਲਾ ਪਾਰਟ ਹੈ ਇੰਡੀਅਨ ਇਕੋਨਮਿਕ ਗਰੋਥ ਐਂਡ ਇਟਸ ਮੈਜਰਸ। ਇੰਡੀਅਨ ਇਕੋਨਮੀ ਸ਼ੁਰੂ ਹੁੰਦੀ ਹੈ ਡਿਬੇਟ ਤੋਂ। ਇੱਕ ਡਿਬੇਟ ਹੁੰਦਾ, ਕਿਹੜਾ ਡਿਬੇਟ? ਇਕੋਨਮਿਕ ਗਰੋਥ ਵਰਸਸ ਇਕੋਨਮਿਕ ਡਿਵੈਲਪਮੈਂਟ। ਇਹਦੇ ਤੋਂ ਸਟਾਰਟ ਹੁੰਦੀ ਹੈ ਆਪਣੀ ਇਕੋਨਮੀ। ਤੇ ਇਹਨੂੰ ਆਪਾਂ ਕਿਵੇਂ ਮੈਜ਼ਰ ਕਰਦੇ ਹਾਂ? ਇਹਦੇ ਵਿੱਚ ਆਪਾਂ ਪੜ੍ਹਦੇ ਹਾਂ GDP ਕੀ ਹੁੰਦਾ, GNP ਕੀ ਹੁੰਦਾ, ਨੈਸ਼ਨਲ ਇਨਕਮ ਆਪਾਂ ਕਿਵੇਂ ਕੈਲਕੂਲੇਟ ਕਰਦੇ ਹਾਂ, ਦੈਨ GVA ਕੀ ਹੁੰਦਾ, ਹੈ ਨਾ, ਇਹ ਸਾਰੀ ਚੀਜ਼ਾਂ। ਦੈਨ ਇੰਡੀਅਨ ਇਕੋਨਮਿਕ ਡਿਵੈਲਪਮੈਂਟ ਐਂਡ ਪਲੈਨਿੰਗ ਇਨ ਪ੍ਰਾਇਮਰੀ ਸੈਕਟਰ, tertiary sector, secondary, then tertiary sector, then quaternary and quinary sector। ਕਿਵੇਂ ਆਪਾਂ ਡਿਵੈਲਪਮੈਂਟ ਕਰੀਏ? ਹੁਣ ਡਿਵੈਲਪਮੈਂਟ ਸਟਾਰਟ ਕਿਹਨੇ ਕੀਤੀ ਸੀਗੀ? ਸਰ ਮੋਕਸ਼ਗੁੰਡਮ ਵਿਸ਼ਵੇਸ਼ਵਰਿਆ। ਇਹਨਾਂ ਨੇ ਸਟਾਰਟ ਕੀਤੀ ਸੀ, ਵਿਸ਼ਵੇਸ਼ਵਰਿਆ, ਇਨ 1934। ਇਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਕਿ 10 ਈਅਰ ਪਲਾਨ ਆਉਣੇ ਚਾਹੀਦੇ ਆ। ਫਿਰ ਜਦੋਂ ਆਪਾਂ ਨੂੰ ਇੰਡੀਪੈਂਡੈਂਸ ਮਿਲੀ ਤੇ ਆਪਾਂ ਲੈ ਕੇ ਆਏ 5 ਈਅਰ ਪਲਾਨਸ, ਜੋ ਕਿ ਹੁਣ ਆਪਾਂ ਡਿਸਕੰਟੀਨਿਊ ਕਰ ਦਿੱਤੇ ਆ ਇਨ 2014। ਹੁਣ ਆਪਾਂ ਕੀ ਲੈ ਕੇ ਆਉਂਦੇ ਹਾਂ? ਹੁਣ ਨੀਤੀ ਆਯੋਗ ਲੈ ਕੇ ਆਉਂਦਾ ਹੈ ਵਿਜ਼ਨ ਡਾਕੂਮੈਂਟਸ, ਸਟ੍ਰੈਟਜੀ ਡਾਕੂਮੈਂਟਸ ਐਂਡ ਐਕਸ਼ਨ ਏਜੰਡਾ। ਵਿਜ਼ਨ ਡਾਕੂਮੈਂਟ 15 ਈਅਰ ਹੁੰਦੇ ਆ, ਸਟ੍ਰੈਟਜੀ ਡਾਕੂਮੈਂਟ 7 ਈਅਰ ਹੁੰਦੇ ਆ, ਐਂਡ ਐਕਸ਼ਨ ਏਜੰਡਾ ਆਪਣਾ ਹੁੰਦਾ ਹੈ 3 ਈਅਰ। ਦੈਨ ਆਪਾਂ ਪੜ੍ਹਦੇ ਹਾਂ ਫਿਸਕਲ ਪੋਲਿਸੀ। ਫਿਸਕਲ ਪੋਲਿਸੀ ਕੌਣ ਲੈ ਕੇ ਆਉਂਦਾ ਹੈ? ਗਵਰਨਮੈਂਟ ਦੀ ਹੁੰਦੀ ਹੈ ਫਿਸਕਲ ਪੋਲਿਸੀ। ਮੋਨੇਟਰੀ ਐਂਡ ਕ੍ਰੈਡਿਟ ਪੋਲਿਸੀ ਹੁੰਦੀ ਹੈ RBI ਦੀ। ਫਿਸਕਲ ਪੋਲਿਸੀ ਵਿੱਚ ਤੁਸੀਂ ਪੜ੍ਹੋਗੇ FRBM ਐਕਟ, ਬਹੁਤ ਹੀ ਇੰਪੋਰਟੈਂਟ ਐਕਟ। ਇਨਫਲੇਸ਼ਨ ਵਿੱਚ ਤੁਸੀਂ ਪੜ੍ਹੋਗੇ ਇਨਫਲੇਸ਼ਨ, ਡਿਫਲੇਸ਼ਨ, ਡਿਸਫਲੇਸ਼ਨ, ਰੀਫਲੇਸ਼ਨ, ਸਟੈਗਫਲੇਸ਼ਨ, ਇਹ ਸਾਰੀ ਚੀਜ਼ਾਂ। ਬੈਲੈਂਸ ਆਫ ਪੇਮੈਂਟਸ ਤੁਸੀਂ ਪੜ੍ਹਦੇ ਹੋ ਕਿ ਕਿਵੇਂ ਆਪਾਂ ਇੰਡੀਆ ਇਕੋਨੋਮਿਕਲੀ ਟ੍ਰੇਡ ਕਰ ਰਿਹਾ ਹੈ ਫਰੋਮ ਦ ਰੈਸਟ ਆਫ ਦ ਕੰਟਰੀ। ਇਹਦੇ ਵਿੱਚ ਆ ਜਾਂਦੇ ਆ ਫੇਰਾ ਐਕਟਸ, ਫੇਮਾ ਐਂਡ ਫੇਰਾ ਐਕਟ, ਬਹੁਤ ਹੀ ਇੰਪੋਰਟੈਂਟ ਐਕਟਸ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀਓਗ੍ਰਾਫੀ ਵਿੱਚ। Geography is divided into physical geography and human geography। Physical geography 'ਚ ਆਪਾਂ ਪੜਾਂਗੇ geomorphology, ਜਿਹਦੇ ਵਿੱਚ ਆਪਾਂ ਦੇਖਾਂਗੇ ਕਿ ਬੇਸਿਕਲੀ ਅਰਥ ਦਾ ਕੀ ਸਟਰਕਚਰ ਹੈ। ਫਰੋਮ ਅਰਥ ਆਪਣਾ ਕੋਰ, ਮੈਂਟਲ ਐਂਡ ਕਰਸਟ, ਕਿਵੇਂ ਇਹ ਬਣਿਆ, origin and evolution of earth। ਦੈਨ ਆਪਾਂ ਇਹਦੇ 'ਚ ਦੇਖਾਂਗੇ ਪਲੇਟ ਬਾਉਂਡਰੀਜ਼ ਕੀ ਹੁੰਦੀਆਂ ਨੇ, ਉਹ ਕਿਵੇਂ ਮੂਵ ਕਰਦੀਆਂ ਨੇ, ਤੇ ਉਹਦਾ ਹੀ ਰਿਜ਼ਲਟ ਹੁੰਦਾ ਹੈ ਆਪਣੀ ਲੈਂਡ ਫਾਰਮ ਡਿਵੈਲਪਮੈਂਟ, ਉਹ ਕਿਵੇਂ ਹੁੰਦੀ ਹੈ। ਇਹਦੇ ਵਿੱਚ ਹੀ ਤੁਸੀਂ ਪੜ੍ਹ ਲਓਗੇ ਅਰਥਕੁਏਕ ਕੀ ਹੁੰਦਾ ਹੈ, ਵੋਲਕੈਨੋਜ਼ ਕੀ ਹੁੰਦੇ ਆ, ਕਿਵੇਂ ਇਹ ਲੈਂਡ ਫਾਰਮ ਡਿਵੈਲਪਮੈਂਟ 'ਚ ਹੈਲਪ ਕਰਦੇ ਨੇ, ਹੈ ਨਾ। ਕਲਾਈਮੇਟੋਲੋਜੀ 'ਚ ਤੁਸੀਂ ਪੜ੍ਹਦੇ ਹੋ ਐਟਮੋਸਫੇਅਰ ਬਾਰੇ, ਅਰਥ ਦੇ ਅਰਾਊਂਡ ਜਿਹੜਾ ਆਪਣਾ ਐਟਮੋਸਫੇਅਰ ਹੈ। ਇਹਦੇ ਵਿੱਚ ਐਟਮੋਸਫੇਰਿਕ ਸਰਕੂਲੇਸ਼ਨ ਕੀ ਹੁੰਦੀ ਹੈ, ਮੌਨਸੂਨਸ ਕੀ ਹੁੰਦੇ ਨੇ, ਐਲ ਨੀਨੋ, ਲਾ ਨੀਨਾ। ਓਸ਼ਨੋਗ੍ਰਾਫੀ ਵਿੱਚ ਤੁਸੀਂ ਪੜੋਗੇ ਓਸ਼ਨ ਦੀ ਸਰਕੂਲੇਸ਼ਨ, ਓਸ਼ਨ ਰਿਲੀਫਸ ਕੀ ਹੁੰਦੇ ਨੇ, ਇਹਦੇ ਵਿੱਚ ਹੀ ਕੋਰਲ ਰੀਫਸ ਵੀ ਪੜ੍ਹ ਲਓਗੇ। ਹਿਊਮਨ ਜੀਓਗ੍ਰਾਫੀ ਸਭ ਤੋਂ ਪਹਿਲਾਂ ਆਉਂਦਾ ਹੈ ਪੋਪੂਲੇਸ਼ਨ ਐਂਡ ਮਾਈਗ੍ਰੇਸ਼ਨ। ਪੋਪੂਲੇਸ਼ਨ 'ਚ ਆਉਂਦਾ ਹੈ DD ਡੈਮੋਗ੍ਰਾਫਿਕ ਡਿਵੀਡੈਂਡ। ਮਾਈਗ੍ਰੇਸ਼ਨ ਇੰਟਰਨਲ ਐਂਡ ਐਕਸਟਰਨਲ ਬੋਥ, ਇੰਟਰਨਲ ਐਂਡ ਐਕਸਟਰਨਲ ਕਿਵੇਂ ਹੁੰਦੀ ਹੈ। ਹਿਊਮਨ ਸੈਟਲਮੈਂਟ ਅਰਬਨ ਐਂਡ ਰੂਰਲ, ਇਹਦੇ ਨਾਲ ਹੀ ਰਿਲੇਟਡ ਕੀ ਪ੍ਰੋਬਲਮਸ ਆਉਂਦੀਆਂ ਨੇ, ਜਿਵੇਂ ਕਿ ਅਰਬਨਾਈਜੇਸ਼ਨ ਹੋ ਗਈ, ਅਰਬਨ ਫਲੱਡਿੰਗ ਹੋ ਗਈ, ਅੱਜ ਕੱਲ੍ਹ ਨਿਊਜ਼ 'ਚ ਅਰਬਨ ਫਲੱਡਿੰਗ। ਦੈਨ ਲੈਂਡ ਯੂਜ਼ ਪੈਟਰਨਸ, ਲੈਂਡ ਯੂਜ਼ ਪੈਟਰਨ ਵਿੱਚ ਤੁਸੀਂ UNCCD ਬਾਰੇ ਪੜੋਗੇ। ਲੋਕੇਸ਼ਨ ਆਫ ਪ੍ਰਾਇਮਰੀ, ਸੈਕੰਡਰੀ ਐਂਡ ਟਰਸ਼ਰੀ ਸੈਕਟਰ ਇੰਡਸਟਰੀਜ਼, ਇਹਦੇ ਵਿੱਚ
ਸੈਕਟਰ ਇੰਡਸਟਰੀਜ਼ ਕਿਹੜੀ ਹੁੰਦੀ ਹੈ, ਪ੍ਰਾਇਮਰੀ ਤੋਂ ਸ਼ੁਰੂ ਕਰ ਲਓ, ਜਿਵੇਂ ਕਿ ਡੇਅਰੀ, ਦੈਨ ਕਾਟਨ ਟੈਕਸਟਾਈਲ, ਜੂਟ ਇੰਡਸਟਰੀ, ਸ਼ੂਗਰ ਇੰਡਸਟਰੀ, ਇਹ ਸਾਰੀ ਇੰਡਸਟਰੀਜ਼, ਇਹਨਾਂ ਦੀ ਲੋਕੇਸ਼ਨ, ਇਹ ਸਾਰੀ ਚੀਜ਼ਾਂ ਆਪਾਂ ਇਹ ਵਾਲੇ ਟੌਪਿਕ 'ਚ ਪੜ੍ਹਦੇ ਹਾਂ। ਮਿਨਰਲ ਐਂਡ ਐਨਰਜੀ ਰਿਸੋਰਸਿਸ ਵਿੱਚ ਮਿਨਰਲ 'ਚ ਤੁਸੀਂ ਪੜ੍ਹੋਗੇ ਨਾਨ ਮੈਟੈਲਿਕ ਮਿਨਰਲਸ, ਮੈਟੈਲਿਕ ਮਿਨਰਲਸ, ਇਹਨਾਂ ਦੀ ਡਿਸਟਰੀਬਿਊਸ਼ਨ ਕਿੱਥੇ ਹੈ ਇੰਡੀਆ ਵਿੱਚ। ਐਨਰਜੀ ਵਿੱਚ ਤੁਸੀਂ ਪੜ੍ਹਦੇ ਹੋ ਕਨਵੈਨਸ਼ਨਲ ਐਂਡ ਨਾਨ ਕਨਵੈਨਸ਼ਨਲ ਐਨਰਜੀ ਰਿਸੋਰਸਿਸ, ਹੈ ਨਾ। ਟਰਾਂਸਪੋਰਟ ਐਂਡ ਕਮਿਊਨੀਕੇਸ਼ਨ ਇਨ ਇੰਡੀਆ ਵਿੱਚ ਤੁਸੀਂ ਪੜ੍ਹੋਗੇ ਰੇਲਵੇਜ਼, ਰੋਡਵੇਜ਼, ਸਿਵਲ ਐਵੀਏਸ਼ਨ, ਪਾਈਪਲਾਈਨਸ, ਇਹ ਸਾਰੀ ਚੀਜ਼ਾਂ। ਦੈਨ ਮੋਸਟ ਇੰਪੋਰਟੈਂਟ ਆਪਣਾ ਕਰੰਟ ਅਫੇਅਰਸ। ਪੀਪੀਐਸਸੀ ਵੀ ਬਿਲਕੁਲ ਯੂਪੀਐਸਸੀ ਦੇ ਲੈਵਲ ਵੱਲ ਜਾ ਰਿਹਾ ਕਰੰਟ ਅਫੇਅਰਸ ਦੇ ਮਾਮਲੇ ਵਿੱਚ, ਤਾਂ ਇਹਨੂੰ ਤੁਸੀਂ ਬਿਲਕੁਲ ਵੀ ਇਗਨੋਰ ਨਹੀਂ ਕਰਨਾ। ਨੈਕਸਟ ਬਹੁਤ ਇੰਪੋਰਟੈਂਟ ਪਾਰਟ ਹੈ ਜੋ ਕਿ ਹੈ ਪੰਜਾਬ ਜੀਕੇ। ਪੰਜਾਬ ਜੀਕੇ ਇਜ਼ ਡਿਵਾਈਡਡ ਇਨਟੂ ਜੀਓਗ੍ਰਾਫੀ, ਕਲਚਰ, ਹਿਸਟਰੀ ਐਂਡ ਇਕੋਨਮੀ। ਜੀਓਗ੍ਰਾਫੀ ਵਿੱਚ ਤੁਸੀਂ ਆਪੇ ਸੋਚੋ ਕਿ ਕੀ ਇੰਪੋਰਟੈਂਟ ਹੋਊਗਾ। ਪੰਜਾਬ ਦੀ ਜੀਓਗ੍ਰਾਫੀ ਵਿੱਚ ਕੀ ਇੰਪੋਰਟੈਂਟ ਹੈ, ਪੰਜਾਬ ਦਾ ਐਗਰੀਕਲਚਰ, ਦੈਨ ਪੰਜਾਬ ਦੇ ਰਿਵਰਸ, ਰਾਵੀ ਰਿਵਰ ਉੱਤੇ ਕੁਐਸਚਨ ਆਇਆ ਸੀ ਲਾਸਟ ਵਾਰੀ, ਦੈਨ ਰਿਵਰਸ ਦੇ ਨਾਲ ਹੀ ਰਿਲੇਟ ਕਰਕੇ ਤੁਸੀਂ ਪੜ੍ਹ ਲਓਗੇ ਵਾਟਰ ਡਿਸਪਿਊਟਸ, ਦੈਨ ਇਹਦੇ ਨਾਲ ਹੀ ਤੁਸੀਂ ਦੇਖੋਗੇ ਡੈਮੋਗ੍ਰਾਫੀ, ਹਿਊਮਨ ਜੀਓਗ੍ਰਾਫੀ ਦਾ ਪਾਰਟ, ਪੰਜਾਬ ਦੀ ਡੈਮੋਗ੍ਰਾਫੀ ਕੀ ਹੈ, ਤੇ ਨਾਲ ਹਿਊਮਨ ਡਿਵੈਲਪਮੈਂਟ ਇੰਡਾਈਸਿਸ ਵਿੱਚ ਪੰਜਾਬ ਕਿਵੇਂ ਪਰਫਾਰਮ ਕਰ ਰਿਹਾ। ਕਲਚਰ ਵਿੱਚ ਤੁਸੀਂ ਦੇਖੋਗੇ ਕਿ ਕੀ ਪਰਸਨੈਲਿਟੀਜ਼ ਹੈ ਪੰਜਾਬ ਦੀਆਂ, ਕੀ ਆਪਣੇ ਆਰਟ ਐਂਡ ਕਲਚਰ ਹੈ, ਇਹ ਸਾਰੀ ਚੀਜ਼ਾਂ। ਹਿਸਟਰੀ ਵਿੱਚ ਤੁਸੀਂ एंशियंट तो देखोगे सूफीज, सेंट्स, गुरुज। मेडिवल विच तुसी देखोगे लोधीज एंड मुगल्स। दैन हिस्ट्री, मॉडर्न हिस्ट्री विच तुसी देखोगे सिख रूलर्स। ब्रिटिश पीरियड सिख रूलर्स च आऊगा रंजीत सिंह द राइज। दैन एंग्लो सिख वॉर्स 1 and 2 ਹੋਈਆਂ ਸੀ। ਇਕੋਨਮੀ ਵਿੱਚ ਤੁਸੀਂ ਦੇਖੋਗੇ ਸੇਮ ਐਗਰੀਕਲਚਰ, ਐਨੀਮਲ ਹਸਬੈਂਡਰੀ ਬਹੁਤ ਇੰਪੋਰਟੈਂਟ ਹੈ। ਦੈਨ ਸੈਂਟਰ ਤੇ ਸਟੇਟ ਦੇ ਫਿਸਕਲ ਇਸ਼ੂਜ਼ ਕੀ ਨੇ। ਨੈਕਸਟ ਆਪਣਾ ਪੇਪਰ ਆਂਦਾ ਸੀਸੈਟ ਦਾ ਪੇਪਰ। ਕੰਪਰੀਹੈਂਸ਼ਨ ਵਿੱਚ ਤੁਹਾਨੂੰ ਪੰਜਾਬੀ ਐਂਡ ਇੰਗਲਿਸ਼ ਬੋਥ ਕੰਪਰੀਹੈਂਸ਼ਨਸ ਆਣਗੇ। ਜਨਰਲ ਮੈਂਟਲ ਐਬਿਲਿਟੀ ਵਿੱਚ ਤੁਹਾਨੂੰ 10th ਲੈਵਲ ਦੀ ਮੈਥਸ ਪੁੱਛੀ ਜਾਊਗੀ ਐਂਡ ਆਬਵੀਅਸਲੀ ਇੱਕ ਸੈਕਸ਼ਨ ਹੈ ਲੌਜੀਕਲ ਰੀਜ਼ਨਿੰਗ ਦਾ। ਥੈਂਕ ਯੂ।